ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ। ਸਧਾਰਨ ਲੋਕਾਂ ਅਤੇ ਮਹੱਤਵਪੂਰਨ ਵਿਅਕਤੀਆਂ ਵਿੱਚ ਅੰਤਰ ਪ੍ਰਤੱਖ ਵਿਖਾਈ ਦਿੰਦਾ ਹੈ। ਸਧਾਰਨ ਲੋਕ ਪੈਸਾ ਕਮਾਉਣ ਵਿੱਚ ਰੁੱਝੇ ਰਹਿੰਦੇ ਹਨ। ਮਹੱਤਵਪੂਰਨ ਕੁਝ ਨਿਵੇਕਲਾ ਕਰਨ ਵਿੱਚ ਦਿਲਚਸਪੀ ਲੈਂਦੇ ਹਨ। ਸਧਾਰਨ ਲੋਕ ਗੱਪਾਂ ਮਾਰਦੇ ਹਨ, ਮਹੱਤਵਪੂਰਨ ਗੱਲਬਾਤ ਕਰਦੇ ਹਨ। ਸਧਾਰਨ ਲੋਕ ਤਨਖਾਹ ਲੈਂਦੇ ਹਨ, ਮਹੱਤਵਪੂਰਨ ਤਨਖਾਹਾਂ ਵੰਡਦੇ ਹਨ। ਸਧਾਰਨ ਲੋਕ ਆਟੋਗ੍ਰਾਫ ਲੈਂਦੇ ਹਨ, ਮਹੱਤਵਪੂਰਨ ਆਟੋਗ੍ਰਾਫ ਦਿੰਦੇ ਹਨ। ਸਧਾਰਨ ਲੋਕ ਘੜੀ ਵੇਖ ਕੇ ਕੰਮ ਕਰਦੇ ਹਨ, ਮਹੱਤਵਪੂਰਨ ਕੰਮ ਕਰਕੇ ਘੜੀ ਵੇਖਦੇ ਹਨ। ਸਧਾਰਨ ਲੋਕ ਫੋਟੋ ਖਿਚਵਾਉਂਦੇ ਹਨ, ਮਹੱਤਵਪੂਰਨ ਦੀਆਂ ਫੋਟੋਆਂ ਛਪਦੀਆਂ ਹਨ। ਸਧਾਰਨ ਲੋਕ ਅਤੀਤ ਨੂੰ ਵੰਡਿਆਉਂਦੇ ਹਨ, ਮਹੱਤਵਪੂਰਨ ਵਰਤਮਾਨ ਤੋਂ ਲਾਭ ਉਠਾਉਂਦੇ ਹਨ। ਸਧਾਰਨ ਅਤੇ ਮਹੱਤਵਪੂਰਨ ਵਿੱਚ ਅੰਤਰ ਦਿਨ ਰਾਤ ਵਾਂਗ ਸਪਸ਼ਟ ਹੁੰਦਾ ਹੈ। ਨੌਸਰਬਾਜ਼ ਸੰਸਾਰ ਦੇ ਹਰੇਕ ਦੇਸ਼ ਵਿੱਚ ਹੁੰਦੇ ਹਨ। ਅਮਰੀਕਾ ਵਿੱਚ ਇਕੱਲੀ ਰਹਿ ਰਹੀ ਬਜ਼ੁਰਗ ਔਰਤ ਨੇ ਆਪਣਾ ਲਾਅਨ ਸਾਫ਼ ਕਰਾਉਣ ਲਈ 2 ਬੰਦੇ ਕੰਮ 'ਤੇ ਲਾਏ ਅਤੇ ਉਹਨਾਂ ਦੇ ਮੰਗੇ ਅਨੁਸਾਰ $40 ਦੇਣੇ ਕੀਤੇ। ਅੱਧਾ ਕੰਮ ਕਰਕੇ ਦੋਹਾਂ ਨੇ $100 ਮੰਗੇ ਅਤੇ ਕਿਹਾ, 40 ਨਹੀਂ $100 ਕਹੇ ਸੀ। ਡਰਦਿਆਂ ਉਸ ਇਸਤਰੀ ਨੇ $100 ਦਾ ਚੈੱਕ ਦੇ ਦਿੱਤਾ। ਉਹ ਹਰ ਦੂਜੇ ਦਿਨ ਆ ਕੇ ਝਗੜਦੇ ਸੀ ਅਤੇ $100 ਬਟੋਰ ਕੇ ਲੈ ਜਾਂਦੇ ਸੀ। ਇੱਕ ਵਾਰੀ ਗਵਾਂਢੀਆਂ ਨੇ ਉਸ ਔਰਤ ਨੂੰ ਉੱਚੀ ਉੱਚੀ ਰੋਂਦਿਆਂ ਸੁਣਿਆ। ਉਹ ਦੋਵੇਂ ਆਏ ਹੋਏ ਸਨ। ਗਵਾਂਢੀਆਂ ਨੇ ਪੁਲਿਸ ਬੁਲਾਈ। ਪੁਲਿਸ ਨੇ ਔਰਤ ਦਾ ਬਿਆਨ ਲਿਖਿਆ। ਬਿਆਨ ਨੂੰ ਸ਼ਿਕਾਇਤ ਸਮਝ ਕੇ ਤਫਤੀਸ਼ ਕੀਤੀ। ਉਹ 2 ਬੰਦੇ 6 ਮਹੀਨੇ ਵਿੱਚ $7000 ਲੈ ਚੁੱਕੇ ਸਨ। ਸਬੂਤ ਚੈੱਕ ਸਨ। ਉਹਨਾਂ ਨੂੰ 3 ਸਾਲ ਕੈਦ ਹੋਈ। ਜੇ ਤੁਹਾਡੇ ਗੁਆਂਢ ਵਿੱਚ ਕੋਈ ਬਜ਼ੁਰਗ ਇਕੱਲਾ ਰਹਿ ਰਿਹਾ ਹੋਵੇ, ਕਦੇ ਕਦੇ ਉਸ ਦਾ ਹਾਲ ਪੁੱਛਣ ਦੀ ਮਿਹਰਬਾਨੀ ਜ਼ਰੂਰ ਵਿਖਾਉਣਾ। 8 ਤੋਂ 80 ਸਾਲ ਦੇ ਵਿਅਕਤੀਆਂ ਨੂੰ ਪੁੱਛਿਆ ਗਿਆ ਕਿ ਤੁਸੀਂ ਅਗਲਾ ਦਿਨ ਕਿਵੇਂ ਗੁਜ਼ਾਰਨਾ ਪਸੰਦ ਕਰੋਗੇ। ਹਰੇਕ ਦਾ ਜਵਾਬ ਵੱਖਰਾ ਸੀ। ਹਰੇਕ ਦੇ ਉੱਤਰ ਵਿੱਚ ਉਮਰ ਬੋਲ ਰਹੀ ਸੀ। ਜਦੋਂ ਸਾਰਿਆਂ ਨੂੰ ਪੁੱਛਿਆ ਗਿਆ ਕਿ 1 ਘੰਟੇ ਮਗਰੋਂ ਇੱਥੋਂ ਦੂਰ ਚਲੇ ਜਾਣਾ ਹੈ, ਕਿਹੜੀਆਂ 5 ਚੀਜ਼ਾਂ ਲੈ ਕੇ ਜਾਣੀਆਂ ਚਾਹੋਗੇ? ਉਮਰ ਦੇ ਅੰਤਰ ਅਤੇ ਉਮਰ ਅਨੁਸਾਰ ਤਰਜੀਹਾਂ ਪ੍ਰਤੱਖ ਸਨ। ਬੱਚਿਆਂ ਨੂੰ ਖੇਡਾਂ ਪਸੰਦ ਸਨ, ਜਵਾਨਾਂ ਨੂੰ ਇੱਕ ਦੂਜੇ ਦਾ ਸਾਥ, ਅਧਖੜ ਉਮਰ ਵਾਲਿਆਂ ਨੂੰ ਪੈਸੇ ਅਤੇ ਦਵਾਈਆਂ, ਬਜ਼ੁਰਗਾਂ ਨੇ ਦੰਦ, ਐਨਕਾਂ ਅਤੇ ਗੁਟਕਾ ਲੈ ਜਾਣਾ ਚਾਹਿਆ। ਜਿਹੜੇ ਮੌਤ ਦੇ ਨੇੜੇ ਸਨ, ਉਹਨਾਂ ਦੀ ਤਰਜੀਹ ਸੀ ਕਿ ਕੋਈ ਨੇੜੇ ਤੇੜੇ ਰਹੇ। ਪੰਛੀਆਂ ਦਾ ਗਾਉਣਾ, ਵਹਿੰਦੇ ਪਾਣੀ ਦਾ ਸ਼ੋਰ, ਬੱਚਿਆਂ ਦੀਆਂ ਆਵਾਜ਼ਾਂ ਸਭ ਚੰਗੀਆਂ ਲੱਗਦੀਆਂ ਹਨ। ਇਹਨਾਂ ਨਾਲ ਸਿਰ ਨਹੀਂ ਦੁਖਦਾ, ਮਨ ਨਹੀਂ ਅੱਕਦਾ, ਕਿਉਂਕਿ ਇਹ ਜ਼ਿੰਦਗੀ ਦੀਆਂ ਆਵਾਜ਼ਾਂ ਹਨ। ਚੁੱਪ, ਸ਼ਾਂਤੀ, ਇਕਾਂਤ ਕੁਝ ਚਿਰ ਹੀ ਚੰਗੇ ਲੱਗਦੇ ਹਨ। ਇਕਾਂਤ ਵਿੱਚ ਬਹੁਤਾ ਚਿਰ ਰਿਹਾ ਨਹੀਂ ਜਾ ਸਕਦਾ। ਇਸਤਰੀਆਂ ਆਪ ਵੀ ਰੌਣਕ ਹੁੰਦੀਆਂ ਹਨ ਅਤੇ ਇਹ ਰੌਣਕ ਮੇਲੇ ਦੀਆਂ ਅਭਿਲਾਸ਼ੀ ਵੀ ਹੁੰਦੀਆਂ ਹਨ। ਬੱਚਿਆਂ ਨੂੰ ਭਾਂਤ ਭਾਂਤ ਦੀਆਂ ਆਵਾਜ਼ਾਂ ਚੰਗੀਆਂ ਲੱਗਦੀਆਂ ਹਨ। ਜਿਨ੍ਹਾਂ ਨੂੰ ਅਸੀਂ ਰੌਲਾ ਕਹਿੰਦੇ ਹਾਂ, ਉਹ ਰੌਲਾ ਬੱਚਿਆਂ ਦਾ ਮਨੋਰੰਜਨ ਹੁੰਦਾ ਹੈ। ਤੰਦਰੁਸਤ ਹੋਣ ਅਤੇ ਰਹਿਣ ਲਈ ਉੱਥੇ ਜਾਓ ਜਿੱਥੇ ਜ਼ਿੰਦਗੀ ਦੀ ਰੌਣਕ ਵਾਲੇ ਦ੍ਰਿਸ਼ ਹੋਣ ਅਤੇ ਵੰਨ-ਸੁਵੰਨੇ ਲੋਕ ਹੋਣ। 80 ਸਾਲਾਂ ਦੀ ਮਾਂ ਚੂਲਾ ਟੁੱਟਣ ਕਾਰਨ ਕਈ ਦਿਨਾਂ ਤੋਂ ਹਸਪਤਾਲ ਵਿੱਚ ਸੀ। ਘਰ ਜਾਣਾ ਚਾਹੁੰਦੀ ਸੀ, ਪਰ ਉਸ ਨੂੰ ਮੁਕਤ ਹੋਣ ਨਹੀਂ ਸੀ ਦਿੱਤਾ ਜਾ ਰਿਹਾ। ਨੇੜਲੇ ਸ਼ਹਿਰ ਰਹਿੰਦਾ ਪੁੱਤਰ ਹਰ ਐਤਵਾਰ ਮਿਲਣ ਆਉਂਦਾ ਸੀ। ਪਈਆਂ ਕੁਰਸੀ ਵਿੱਚ ਮਾਂ ਨੂੰ ਬੈਠਾ ਕੇ ਪੁੱਤਰ ਮਾਂ ਦਾ ਹਸਪਤਾਲ ਵਿੱਚ ਗੇੜਾ ਲਵਾ ਰਿਹਾ ਸੀ। ਮਾਂ ਨੇ ਪੁੱਤਰ ਦੇ ਕੰਨ ਵਿੱਚ ਕਿਹਾ, ਮੈਂ ਤਿਆਰ ਹਾਂ, ਜਿਸ ਦਾ ਅਰਥ ਸੀ ਮੈਂ ਮਰਨ ਲਈ ਤਿਆਰ ਹਾਂ। ਮੇਰਾ ਇਲਾਜ ਤੋਂ ਖਹਿੜਾ ਛਡਵਾ ਦਿਓ। ਘਰ ਜਾਣ ਲਈ ਮਾਂ ਨੇ ਤਰਲੇ ਭਰੀ ਆਵਾਜ਼ ਵਿੱਚ ਕਿਹਾ, ਮੈਂ ਤੈਨੂੰ ਕਦੇ ਕੋਈ ਕੰਮ ਨਹੀਂ ਕਿਹਾ, ਮੇਰਾ ਇਹ ਕੰਮ ਕਰਕੇ ਜਾਵੀਂ। ਮੈਂ ਤੈਨੂੰ ਕਦੇ ਕੋਈ ਹੋਰ ਕੰਮ ਨਹੀਂ ਕਹਿਣਾ। ਪੁੱਤਰ ਵੀ ਵੇਖਦਾ ਸੀ ਕਿ ਇਲਾਜ ਬੜਾ ਦੁਖਦਾਈ ਸੀ। ਪੁੱਤਰ ਨੇ ਭਰੀਆਂ ਅੱਖਾਂ ਨਾਲ ਕਿਹਾ, ਅੱਛਾ ਮਾਂ। ਉਸਨੇ ਹਸਪਤਾਲ ਨੂੰ ਇਲਾਜ ਰੋਕ ਦੇਣ ਲਈ ਕਿਹਾ ਅਤੇ ਮਾਂ ਨੂੰ ਡਿਸਚਾਰਜ ਕਰਵਾ ਕੇ ਘਰ ਲੈ ਗਿਆ। ਉਹ ਕਈ ਦਿਨ ਤੰਦਰੁਸਤ ਇਸਤਰੀ ਵਾਂਗ ਆਂਢ ਗੁਆਂਢ ਦੀਆਂ ਔਰਤਾਂ ਨਾਲ ਗੱਲਾਂ ਕਰਦੀ ਰਹੀ। ਇਹ ਭੁੱਲ ਗਈ ਕਿ ਉਹ ਬਿਮਾਰ ਸੀ। ਇੱਕ ਸਵੇਰ ਵੇਖਿਆ, ਉਹ ਜਾ ਚੁੱਕੀ ਸੀ। ਸਰੀਰ ਸ਼ਾਂਤ ਸੀ, ਚਿਹਰੇ ਉੱਤੇ ਤਸੱਲੀ ਅਤੇ ਧੰਨਵਾਦ ਦੀ ਮੁਸਕਰਾਹਟ ਸੀ। ਜਵਾਲਾਮੁਖੀ ਦੇ ਨੇੜੇ ਇੱਕ ਝੀਲ ਦੇ ਕਿਨਾਰੇ ਇੱਕ ਬਜ਼ੁਰਗ ਇਕੱਲਾ ਕੁਝ ਬਿੱਲੀਆਂ ਨਾਲ ਰਹਿੰਦਾ ਸੀ। 5 ਸਾਲ ਪਹਿਲੇ ਪਤਨੀ ਚਲੀ ਗਈ ਸੀ। ਜਵਾਲਾਮੁਖੀ ਦੇ ਫਟਣ ਦੇ ਮਿਲ ਰਹੇ ਸੰਕੇਤਾਂ ਕਾਰਨ ਸਰਕਾਰ ਲੋਕਾਂ ਨੂੰ ਚਲੇ ਜਾਣ ਲਈ ਕਹਿ ਰਹੀ ਸੀ। ਬਜ਼ੁਰਗ ਨੇ ਕਿਹਾ, ਨਹੀਂ,
ਮੈਂ ਇੱਥੇ ਹੀ ਰਹਾਂਗਾ, ਕਿਉਂਕਿ ਇਸ ਘਰ ਦੀ ਹਰੇਕ ਚੀਜ਼ ਮੇਰੀ ਪਤਨੀ ਦੀ ਬਣਾਈ, ਸਜਾਈ ਅਤੇ ਟਿਕਾਈ ਹੋਈ ਹੈ। ਪੁਲਿਸ ਨੇ ਉਸ ਨੂੰ ਜਬਰੀ ਹਟਾਉਣ ਦੀ ਵਿਉਂਤ ਬਣਾਈ, ਪਰ ਇਵੇਂ ਕਰਨ ਨਾਲ ਪੁਲਿਸ ਦੀ ਨਿੰਦਾ ਹੋਣੀ ਸੀ। ਬਜ਼ੁਰਗ ਨੇ ਕਿਹਾ, ਜੇ ਪੁਲਿਸ ਮੈਨੂੰ ਇੱਥੋਂ ਲੈ ਗਈ, ਮੈਂ ਹਫ਼ਤੇ ਵਿੱਚ ਮਰ ਜਾਣਾ ਹੈ। ਮੈਂ ਆਪਣੀ ਜ਼ਿੰਦਗੀ ਰੱਜ ਕੇ ਜਿਉਣ ਲਈ ਹੈ, ਮੇਰੀ ਹੋਰ ਕੋਈ ਇੱਛਾ ਨਹੀਂ। ਮਰਨ ਦਾ ਕੋਈ ਡਰ ਨਹੀਂ। ਜਵਾਲਾਮੁਖੀ 1.5 ਮਹੀਨੇ ਮਗਰੋਂ ਫਟਿਆ। ਸਾਰੀ ਝੀਲ ਸੁਆਹ ਨਾਲ ਭਰ ਗਈ ਅਤੇ ਬਜ਼ੁਰਗ ਦਾ ਮਕਾਨ ਸੁਆਹ ਥੱਲੇ ਦਬ ਗਿਆ। ਦੇਸ਼ ਨੇ ਉਸ ਨੂੰ ਆਪਣੀ ਮਰਜ਼ੀ ਨਾਲ ਜਿਉਣ, ਆਪਣੀ ਮਰਜ਼ੀ ਮਨਵਾਉਣ ਦੀ ਦ੍ਰਿੜਤਾ ਵਿਖਾਉਣ ਦੇ ਸਤਿਕਾਰ ਵਜੋਂ ਉਸ ਦੀ ਯਾਦਗਾਰ ਉਸਾਰੀ। ਪਿਤਾ ਵਕੀਲ ਸੀ। ਤਿੰਨੇ ਪੁੱਤਰ ਅਤੇ ਉਹਨਾਂ ਦੀਆਂ ਪਤਨੀਆਂ ਅਤੇ ਇੱਕ ਪੋਤਾ ਵੀ ਵਕੀਲ ਸਨ। ਸਾਰੇ ਫੌਜਦਾਰੀ ਅਪਰਾਧਾਂ ਦੇ ਵਕੀਲ ਸਨ। ਘਰ ਵਿੱਚ ਸਾਰਾ ਦਿਨ ਕਤਲਾਂ, ਡਾਕਿਆਂ, ਉਧਾਲਿਆਂ, ਮਾਰਾਂ ਕੁੱਟਾਂ ਦੀ ਹੀ ਚਰਚਾ ਹੁੰਦੀ ਸੀ। ਸਭ ਕੁਝ ਜੁਰਮ ਦੀ ਦ੍ਰਿਸ਼ਟੀ ਤੋਂ ਵਿਚਾਰਿਆ ਜਾਂਦਾ ਸੀ। ਇਹਨਾਂ ਵਿੱਚੋਂ ਉਪਜੀਆਂ ਨਫ਼ਰਤਾਂ ਅਤੇ ਬਦਲਾ ਲੈਣ ਲਈ ਕੀਤੇ ਜੁਰਮਾਂ ਦਾ ਬੋਲਬਾਲਾ ਸੀ। ਕਤਲ ਕਰਨ ਵਾਲਿਆਂ ਅਤੇ ਕਤਲ ਹੋਣ ਵਾਲਿਆਂ ਦੇ ਰਿਸ਼ਤੇਦਾਰ ਹੀ ਆਉਂਦੇ ਸਨ। ਜੀਵਨ ਦੀਆਂ ਸਾਰੀਆਂ ਸਹੂਲਤਾਂ ਸਨ, ਪਰ ਖੁਸ਼ੀ ਕੋਈ ਨਹੀਂ ਸੀ। ਕਈ ਵਾਰੀ ਦਿਲ ਭਰਿਆ ਹੁੰਦਾ ਹੈ, ਰੋਣ ਨੂੰ ਮਨ ਕਰਦਾ ਹੈ। ਕਈ ਵਾਰੀ ਕਿਸੇ ਦੀਆਂ ਵਧੀਕੀਆਂ ਰੁਆ ਦਿੰਦੀਆਂ ਹਨ। ਅਜਿਹੇ ਰੋਣ ਵਿੱਚ ਗੁੱਸਾ ਰਲ ਜਾਂਦਾ ਹੈ ਅਤੇ ਰੋਣਾ ਸ਼ੁੱਧ ਨਹੀਂ ਰਹਿੰਦਾ ਅਤੇ ਰੋ ਕੇ ਤਸੱਲੀ ਨਹੀਂ ਮਿਲਦੀ। ਕਈ ਵਾਰੀ ਬੇਵਸੀ ਰੁਆ ਦਿੰਦੀ ਹੈ, ਪਰ ਅਜਿਹਾ ਰੋਣਾ ਸ਼ਾਂਤ ਨਹੀਂ ਕਰਦਾ। ਚੰਗਾ ਰੋਣਾ ਉਹ ਹੁੰਦਾ ਹੈ ਜਿਸ ਵਿੱਚ ਅਸੀਂ ਆਪਣੇ ਨਾਲ ਵਧੀਕੀਆਂ ਕਰਨ ਵਾਲਿਆਂ ਨੂੰ ਮੁਆਫ਼ ਕਰਦੇ ਹਾਂ, ਬਦਲਾ ਲੈਣ ਦਾ ਖਿਆਲ ਮਨ ਵਿੱਚੋਂ ਕੱਢਦੇ ਹਾਂ। ਚੰਗਾ, ਸ਼ਾਂਤ, ਉਸਾਰੂ, ਤਸੱਲੀ ਵਾਲਾ ਰੋਣਾ ਉਹ ਹੁੰਦਾ ਹੈ ਜਦੋਂ ਰੋਣ ਵਾਲਾ ਇਕੱਲਾ ਹੋਵੇ, ਛੁੱਟੀ ਵਾਲਾ ਦਿਨ ਹੋਵੇ, ਨਾ ਕਿਧਰੇ ਜਾਣਾ ਹੋਵੇ, ਨਾ ਕਿਸੇ ਨੇ ਆਉਣਾ ਹੋਵੇ, ਫੋਨ ਖਰਾਬ ਹੋਵੇ, ਕੋਈ ਵਿਘਨ ਪੈਣ ਦੀ ਸੰਭਾਵਨਾ ਨਾ ਹੋਵੇ, ਮੀਂਹ ਪੈ ਰਿਹਾ ਹੋਵੇ, ਬਾਹਰ ਅਸਮਾਨ ਅਤੇ ਅੰਦਰ ਉਹ ਰੋ ਰਿਹਾ ਹੋਵੇ। ਰੱਜ ਕੇ ਰੋਣ ਨਾਲ, ਕਈ ਘੰਟੇ ਰੋਣ ਨਾਲ ਵਿਅਕਤੀ ਇਤਨਾ ਨਿਢਾਲ ਹੋ ਜਾਂਦਾ ਹੈ ਕਿ ਉਹ ਬੜੀ ਗੂੜ੍ਹੀ ਨੀਂਦ ਸੌਂਦਾ ਹੈ। ਇਹ ਨੀਂਦਰ ਕਈ ਘੰਟੇ ਰੱਜ ਕੇ ਰੋਣ ਤੋਂ ਬਿਨਾਂ ਨਹੀਂ ਆਉਂਦੀ। ਇਸ ਨੀਂਦਰ ਉਪਰੰਤ ਦੁਬਾਰਾ ਜਨਮ ਲੈਣ ਦਾ ਅਹਿਸਾਸ ਹੁੰਦਾ ਹੈ। ਟਾਲਸਟਾਏ ਦੀ ਇੱਕ ਰਚਨਾ ਵਿੱਚ ਇੱਕ ਪਾਤਰ ਇਵਾਨ ਇਲੀਅਚ ਮਰ ਰਿਹਾ ਸੀ। ਲਿਖਣ ਦੇ ਇਸ ਪੜਾਅ 'ਤੇ ਟਾਲਸਟਾਏ ਆਪ ਇਲੀਅਚ ਵਾਂਗ ਬਿਮਾਰ ਪੈ ਗਿਆ। ਉਹ ਆਪਣੇ ਆਪ ਨੂੰ ਇਲੀਅਚ ਸਮਝਣ ਲੱਗ ਪਿਆ ਸੀ। ਘਰ ਵਿੱਚ ਕੇਵਲ ਇੱਕ ਜਰਮਨ ਨੌਕਰ ਸੀ ਜਿਹੜਾ ਟਾਲਸਟਾਏ ਨਾਲ ਗੱਲਾਂ ਕਰਦਾ ਸੀ। ਟਾਲਸਟਾਏ ਉਸ ਨਾਲ ਇਲੀਅਚ ਵਾਂਗ ਗੱਲਾਂ ਕਰਦਾ ਸੀ। ਜੋ ਗੱਲਾਂ ਹੁੰਦੀਆਂ ਸਨ ਉਹ ਨਾਵਲ ਦਾ ਭਾਗ ਬਣ ਜਾਂਦੀਆਂ ਸਨ। ਇਲੀਅਚ ਦੀ ਲੱਤ ਵਿੱਚ ਦਰਦ ਦੇ ਵੇਰਵੇ ਸਨ। ਟਾਲਸਟਾਏ ਦੀ ਲੱਤ ਵੀ ਦੁਖਣ ਲੱਗ ਪਈ ਸੀ। ਬਿਮਾਰ ਇਲੀਅਚ ਸੀ, ਦਰਦ ਅਤੇ ਬੁਖਾਰ ਟਾਲਸਟਾਏ ਨੂੰ ਸੀ। ਇਸ ਨੂੰ ਸਿਰਜਣਾਤਮਕ ਸ਼ਿੱਦਤ ਕਹਿੰਦੇ ਹਨ, ਜਿਸ ਵਿੱਚ ਲੇਖਕ ਅਤੇ ਉਸ ਦਾ ਪਾਤਰ ਇੱਕ ਹੋ ਜਾਂਦੇ ਹਨ। ਸੰਸਾਰ ਦਾ ਪਹਿਲਾ ਅਤੇ ਮਹਾਨ ਸਨਕੀ ਫਿਲਾਸਫਰ ਡਾਇਓਜਨੀਸ ਸਾਰਾ ਜੀਵਨ ਪਰੰਪਰਾ ਅਤੇ ਪ੍ਰਚਲਿਤ ਰਿਵਾਜਾਂ ਦੀਆਂ ਧੱਜੀਆਂ ਉਡਾਉਂਦਾ ਰਿਹਾ। ਉਹ ਵਿਆਹ ਦੀ ਪ੍ਰਥਾ ਦਾ ਵਿਰੋਧੀ ਸੀ। ਉਸ ਦਾ ਸਿਧਾਂਤ ਸੀ ਕਿ ਜੋ ਕੁਦਰਤੀ ਹੁੰਦਾ ਹੈ ਉਹ ਗਲਤ ਨਹੀਂ ਹੁੰਦਾ, ਉਹ ਨੰਗਾ ਹੀ ਰਹਿੰਦਾ ਸੀ। ਉਸ ਦਾ ਵਿਚਾਰ ਸੀ ਕਿ ਸਿਆਣਿਆਂ ਨੂੰ ਪਿਆਰ ਕਰਨਾ ਸੰਭਵ ਨਹੀਂ ਹੁੰਦਾ ਅਤੇ ਸਿਆਣੇ ਕਿਸੇ ਨੂੰ ਪਿਆਰ ਨਹੀਂ ਕਰਦੇ। ਉਹ ਇੱਕ ਡਰਮ ਵਿੱਚ ਸੌਂਦਾ ਸੀ। ਉਸ ਦੀ ਹਰੇਕ ਆਦਤ ਅਜੀਬ ਹੋਣ ਕਰਕੇ ਧਿਆਨ ਮੰਗਦੀ ਸੀ। ਆਪਣੀਆਂ ਅਜੀਬ ਆਦਤਾਂ ਅਤੇ ਹਰਕਤਾਂ ਕਾਰਨ ਉਹ ਬੜਾ ਦਿਲਚਸਪ ਵਿਅਕਤੀ ਸੀ। ਉਹ ਏਥਨ ਵਾਸੀਆਂ ਦਾ ਪਿਆਰਾ ਸੀ। ਸਿਕੰਦਰ ਉਸ ਦਾ ਮਤਵਾਲਾ ਸੀ। ਸਿਕੰਦਰ ਨੇ ਕਿਹਾ ਸੀ, ਜੇ ਮੈਂ ਸਿਕੰਦਰ ਨਾ ਹੁੰਦਾ ਤਾਂ ਮੈਂ ਡਾਇਓਜਨੀਸ ਬਣਨਾ ਪਸੰਦ ਕਰਨਾ ਸੀ। ਉਸ ਦੀ ਸ਼ਿਕਾਇਤ ਸੀ ਕਿ ਮਨੁੱਖ ਨੇ ਕੁਦਰਤ ਦੇ ਸਧਾਰਨ ਵਰਤਾਰੇ ਬੜੇ ਗੁੰਝਲਦਾਰ ਬਣਾ ਦਿੱਤੇ ਹਨ ਅਤੇ ਵਿਆਹ ਦਾ ਜੰਜਾਲ ਉਸਾਰ ਦਿੱਤਾ ਹੈ। ਉਹ ਸਾਂਝੇ ਪਤੀ ਪਤਨੀਆਂ ਦਾ ਹਾਮੀ ਸੀ। ਭਾਰਤ ਵਿੱਚ ਜੇ ਬੱਚੇ 14-15 ਸਾਲਾਂ ਦੇ ਹੋਣ ਤਾਂ ਪਤੀ ਜਾਂ ਪਤਨੀ ਨੂੰ ਜੀਵਨ ਸਾਥੀ ਦੇ ਵਿਛੋੜੇ ਮਗਰੋਂ ਦੂਜਾ ਵਿਆਹ ਕਰਵਾਉਣ ਲਈ ਬੱਚਿਆਂ ਦੀ ਸਹਿਮਤੀ ਲੈਣੀ ਚਾਹੀਦੀ ਹੈ, ਨਹੀਂ ਤਾਂ ਬੱਚਿਆਂ ਨਾਲ ਸੰਬੰਧ ਰਗੜਵੇਂ ਹੋ ਜਾਂਦੇ ਹਨ। ਬੱਚੇ ਨਵੇਂ ਆਏ ਜੀਅ ਨੂੰ ਪ੍ਰਵਾਨ ਨਹੀਂ ਕਰਦੇ ਅਤੇ ਦੋਹਾਂ ਦਾ ਜਿਉਣਾ ਮੁਸ਼ਕਿਲ ਕਰ ਦਿੰਦੇ ਹਨ। ਬੱਚਿਆਂ ਨਾਲ ਟੁੱਟ ਕੇ ਵਿਅਕਤੀ ਸੰਤੁਲਨ ਗਵਾ ਬੈਠਦਾ ਹੈ। ਡੈਕਾਰਟ ਨੂੰ ਆਧੁਨਿਕ ਫ਼ਲਸਫ਼ੇ ਦਾ ਪਿਤਾਮਾ ਅਤੇ ਵਿਸ਼ਲੇਸ਼ਣੀ ਰੇਖਾ ਗਣਿਤ ਦਾ ਬਾਨੀ ਮੰਨਿਆ ਜਾਂਦਾ ਹੈ। ਇਸ ਦਾ ਨਾਂ ਸੰਸਾਰ ਦੇ ਸਿਖਰਲੇ ਸਿਆਣੇ ਆਧੁਨਿਕ ਫਿਲਾਸਫਰਾਂ ਵਿੱਚ ਗਿਣਿਆ ਜਾਂਦਾ ਹੈ। ਉਸ ਨੇ ਆਪਣਾ ਕੁਆਰਾਪਣ ਆਪਣੀ ਨੌਕਰਾਣੀ ਨਾਲ ਤੋੜਿਆ। ਪ੍ਰਤੀਤ ਹੁੰਦਾ ਹੈ ਕਿ ਨੌਕਰਾਣੀ ਨੇ ਉਸ ਨੂੰ ਮੋਹਿਆ। ਉਸ ਦੇ ਜੀਵਨ ਦਾ ਇਹ ਪਹਿਲਾ ਅਤੇ ਆਖਰੀ ਸੰਭੋਗ ਸੀ।
ਨੌਕਰਾਣੀ ਨੇ ਧੀ ਨੂੰ ਜਨਮ ਦਿੱਤਾ, ਜਿਹੜੀ 5 ਸਾਲ ਦੀ ਉਮਰ ਵਿੱਚ ਮਰ ਗਈ। ਬੋਹੀਮੀਆ ਦੇ ਰਾਜੇ ਦੀ ਸ਼ਹਿਜ਼ਾਦੀ ਨਾਲ ਮੁਹੱਬਤ ਹੋਈ। ਮੇਲ ਨਹੀਂ ਹੋਇਆ, ਪਰ ਚਿੱਠੀ ਪੱਤਰ ਸਾਰੀ ਜ਼ਿੰਦਗੀ ਚੱਲਿਆ। ਦਹਾਕਿਆਂ ਵਿੱਚ ਫੈਲੀ ਇਸ ਮੁਹੱਬਤ ਦੌਰਾਨ ਉਸਨੇ ਵਿਸ਼ਵ ਪ੍ਰਸਿੱਧ ਪੁਸਤਕ ਫਲਸਫੇ ਦੇ ਨੇਮ ਲਿਖੀ, ਜਿਹੜੀ ਸ਼ਹਿਜ਼ਾਦੀ ਪ੍ਰੇਮਿਕਾ ਨੂੰ ਅਰਪਣ ਕੀਤੀ। ਪ੍ਰਸਿੱਧ ਵਿਗਿਆਨੀ ਆਇਨਸਟੀਨ ਦੀ ਪਤਨੀ ਜਦੋਂ ਚੱਲ ਵਸੀ ਤਾਂ ਆਇਨਸਟੀਨ ਦੀ ਭੈਣ ਉਸਦੇ ਘਰ ਦੀ ਦੇਖਭਾਲ ਵਾਸਤੇ ਉਸ ਨਾਲ ਰਹਿਣ ਲੱਗ ਪਈ। ਉਸਨੇ 16 ਸਾਲ ਆਇਨਸਟੀਨ ਦੀ ਦੇਖਭਾਲ ਕੀਤੀ। ਉਸਨੂੰ ਡੂੰਘਾ ਦੌਰਾ ਪਿਆ ਤੇ ਉਹ ਬੇਹੋਸ਼ੀ ਵਿੱਚ ਚਲੀ ਗਈ। ਆਇਨਸਟੀਨ ਹਰ ਰੋਜ਼ ਦੁਪਹਿਰ 2 ਘੰਟੇ ਉਸਦੇ ਬਿਸਤਰ ਤੇ ਬਹਿ ਕੇ ਉਸਦੀ ਮਨਪਸੰਦ ਪੁਸਤਕ ਪੜ੍ਹ ਕੇ ਸੁਣਾਉਂਦਾ ਸੀ। ਭਾਵੇਂ ਡੂੰਘੀ ਬੇਹੋਸ਼ੀ ਵਿੱਚ ਪਈ ਭੈਣ ਸੁਣਨ ਦਾ ਕੋਈ ਸੰਕੇਤ ਨਹੀਂ ਸੀ ਦਿੰਦੀ, ਪਰ ਆਇਨਸਟੀਨ ਇਵੇਂ ਸੁਣਾਉਂਦਾ ਸੀ ਜਿਵੇਂ ਉਹ ਹੁੰਗਾਰਾ ਵੀ ਭਰਦੀ ਸੀ। ਆਇਨਸਟੀਨ ਦੇ ਇਸ ਯਤਨ ਨਾਲ ਹੌਲੀ-ਹੌਲੀ ਭੈਣ ਦੀ ਹਾਲਤ ਸੁਧਰ ਗਈ ਅਤੇ ਉਹ ਠੀਕ ਹੋ ਗਈ ਸੀ। ਮਾਪੇ ਪਿਆਰ ਦੇ ਨਾਂ ਤੇ ਬੱਚਿਆਂ ਤੇ ਕਬਜ਼ਾ ਕਰ ਲੈਂਦੇ ਹਨ ਅਤੇ ਆਪਸੀ ਰਿਸ਼ਤੇ ਨੂੰ ਕਮਜ਼ੋਰ ਕਰਦੇ ਹਨ। ਬੱਚੇ ਮਾਪਿਆਂ ਦੀ ਜਾਇਦਾਦ ਨਹੀਂ ਹੁੰਦੇ, ਬੱਚੇ ਮਾਪਿਆਂ ਨੂੰ ਮਿਲੇ ਤੋਹਫੇ ਹੁੰਦੇ ਹਨ ਅਤੇ ਕੀਮਤੀ ਤੋਹਫਿਆਂ ਦਾ ਸਨਮਾਨ ਹੋਣਾ ਚਾਹੀਦਾ ਹੈ। ਸਾਡੇ ਬੱਚੇ ਸਾਡੀ ਕਮਾਨ ਵਿੱਚੋਂ ਨਿਕਲੇ ਤੀਰ ਹੁੰਦੇ ਹਨ। ਉਹ ਸਾਡੇ ਸਭ ਤੋਂ ਵੱਧ ਮਹੱਤਵਪੂਰਨ ਮਹਿਮਾਨ ਹੁੰਦੇ ਹਨ। ਉਹ ਕੁਝ ਚਿਰ ਸਾਡੇ ਕੋਲ ਰਹਿ ਕੇ, ਰੁਕ ਕੇ ਆਪਣੀਆਂ ਮੰਜ਼ਲਾਂ ਤੇ ਨਿਕਲ ਜਾਂਦੇ ਹਨ। 6ਵੀਂ ਸਦੀ ਵਿੱਚ ਰੋਮਨ ਸੈਨੇਟਰ ਬੋਇਓਥੀਉਸ ਨੇ ਪੱਛਮੀ ਚਿੰਤਨਧਾਰਾ ਨੂੰ ਨਵੀਂ ਸੇਧ ਪ੍ਰਦਾਨ ਕੀਤੀ ਸੀ। ਥਿਊਡੋਰਿਕ ਨਾਂ ਦੇ ਹਾਕਮ ਨੇ ਉਸਨੂੰ ਫਾਂਸੀ ਲਾਉਣ ਦਾ ਹੁਕਮ ਦਿੱਤਾ ਸੀ। ਫਾਂਸੀ ਦੀ ਉਡੀਕ ਕਰਦਿਆਂ ਉਸਨੇ ਦਰਸ਼ਨ ਦੀ ਜਗਤ ਪ੍ਰਸਿੱਧ ਪੁਸਤਕ ਦਰਸ਼ਨ ਦੀਆਂ ਤਸੱਲੀਆਂ ਦਾ ਨਿਰਮਾਣ ਕੀਤਾ, ਜਿਹੜੀ ਲਗਭਗ 8 ਸਦੀਆਂ ਬਾਈਬਲ ਉਪਰੰਤ ਸਭ ਤੋਂ ਵੱਧ ਪੜ੍ਹੀ ਅਤੇ ਸਤਿਕਾਰ ਜਾਣ ਵਾਲੀ ਪੋਥੀ ਸਾਬਤ ਹੋਈ। ਫਾਂਸੀ ਨੂੰ ਉਡੀਕਦਿਆਂ ਬੋਇਓਥੀਉਸ ਨੇ ਮਨ ਹੀ ਦੂਜੇ ਪਾਸੇ ਲਾ ਲਿਆ ਸੀ। ਉਸਨੂੰ ਤਸੱਲੀ ਧਾਰਮਿਕ ਵਿਸ਼ਵਾਸਾਂ ਵਿੱਚੋਂ ਨਹੀਂ, ਤਰਕ ਵਿੱਚੋਂ ਮਿਲੀ। ਇੱਕ ਪੜਾਅ ਤੇ ਰੋਮਨ ਸਮਾਜ ਇਤਨਾ ਨਿਘਰ ਗਿਆ ਸੀ ਕਿ ਪਤੀ ਪਤਨੀ ਦੇ ਰਿਸ਼ਤੇ ਦੀ ਆੜ ਵਿੱਚ ਵਿਭਾਚਾਰ ਹੁੰਦਾ ਸੀ। ਪਵਿੱਤਰ ਔਰਤਾਂ ਨੂੰ ਕੋਝੀਆਂ ਕਿਹਾ ਜਾਂਦਾ ਸੀ। ਸਵੇਰ ਕਿਸੇ ਨਾਲ, ਦੁਪਹਿਰ ਕਿਸੇ ਨਾਲ, ਸ਼ਾਮ ਕਿਸੇ ਨਾਲ ਅਤੇ ਰਾਤ ਕਿਸੇ ਹੋਰ ਨਾਲ ਗੁਜ਼ਾਰਨਾ ਮਾਣ ਵਾਲੀ ਗੱਲ ਹੋ ਗਈ ਸੀ। ਜਦੋਂ ਕਿਸੇ ਸਮਾਜ ਜਾਂ ਬਾਦਸ਼ਾਹੀ ਨੇ ਨਿਗਰਨਾ ਹੁੰਦਾ ਹੈ ਤਾਂ ਸਮਾਜ ਵਿੱਚ ਅਜਿਹੇ ਲੱਛਣ ਆਪ ਮੁਹਾਰੇ ਉਪਜ ਪੈਂਦੇ ਹਨ। ਇਹਨਾਂ ਕਾਰਨਾਂ ਕਰਕੇ ਰੋਮਨ ਸਮਾਜ ਹੀ ਨਹੀਂ, ਸਾਰੇ ਸਮਾਜ ਨਿਗਰਦੇ ਹਨ। ਇੱਕ ਵਿਦਿਆਰਥੀ ਨੇ ਅਧਿਆਪਕ ਨੂੰ ਪੁੱਛਿਆ, ਆਜ਼ਾਦੀ ਕੀ ਹੁੰਦੀ ਹੈ? ਅਧਿਆਪਕ ਨੇ ਵਿਦਿਆਰਥੀ ਨੂੰ ਖੜਾ ਕਰਕੇ ਕਿਹਾ, ਇੱਕ ਪੈਰ ਚੁੱਕ। ਉਸਨੇ ਸੱਜਾ ਚੁੱਕਿਆ। ਕਿਹਾ, ਹੁਣ ਖੱਬਾ ਚੁੱਕ। ਨਹੀਂ ਚੁੱਕ ਸਕਦਾ। ਅਧਿਆਪਕ ਨੇ ਕਿਹਾ, ਸ਼ੁਰੂ ਵਿੱਚ ਤੂੰ ਕੋਈ ਪੈਰ ਚੁੱਕ ਸਕਦਾ ਸੀ। ਪੈਰ ਚੁੱਕਣ ਦੀ ਆਜ਼ਾਦੀ ਸੀ। ਇੱਕ ਪੈਰ ਚੁੱਕ ਲਿਆ, ਆਜ਼ਾਦੀ ਮੁੱਕ ਗਈ, ਸੀਮਤ ਹੋ ਗਈ। ਆਜ਼ਾਦੀ ਵਿੱਚ ਮਰਜ਼ੀ ਚੱਲਦੀ ਹੈ। ਪਹਿਲਾ ਪੈਰ ਚੁੱਕਣ ਨਾਲ ਦੂਜੇ ਦੀ ਹੋਣੀ ਨਿਸ਼ਚਿਤ ਹੋ ਗਈ ਹੈ। ਚੋਰੀ ਤੋਂ ਪਹਿਲਾਂ ਮਨ ਸ਼ਾਂਤ ਹੁੰਦਾ ਹੈ। ਚੋਰੀ ਕਰਨ ਨਾਲ ਚਿੰਤਾ ਵਾਲੀ ਕਿਰਿਆ ਆਰੰਭ ਹੋ ਜਾਂਦੀ ਹੈ। ਜੀਵਨ ਵਿੱਚ ਹਰ ਕਦਮ ਜਾਂ ਕਾਰਜ ਕਿਸੇ ਨਾ ਕਿਸੇ ਪੱਖੋਂ ਪਹਿਲਾ ਕਦਮ ਹੁੰਦਾ ਹੈ, ਜੋ ਅਗਲੇ ਦੀ ਹੋਣੀ ਨਿਸ਼ਚਿਤ ਕਰ ਦਿੰਦਾ ਹੈ। ਅਦਾਕਾਰੀ ਕੀ ਹੁੰਦੀ ਹੈ? ਜੇ ਪੁਰਸ਼ ਪੁਰਸ਼ ਦਾ ਰੋਲ ਕਰੇ ਅਤੇ ਇਸਤਰੀ ਇਸਤਰੀ ਦਾ ਰੋਲ ਕਰੇ, ਇਹ ਅਦਾਕਾਰੀ ਨਹੀਂ ਹੈ, ਸੁਭਾਵਿਕ ਵਿਹਾਰ ਹੈ। ਅਦਾਕਾਰੀ ਕਿਸੇ ਹੋਰ ਵਾਂਗ ਵਿਚਰਨ ਨੂੰ ਕਹਿੰਦੇ ਹਨ। ਮੁਗਲੇ ਆਜ਼ਮ ਵਿੱਚ ਪ੍ਰਿਥਵੀ ਰਾਜ ਕਪੂਰ ਅਕਬਰ ਵਾਂਗ ਵਿਹਾਰ ਕਰਦਾ ਹੈ। ਦਲੀਪ ਕੁਮਾਰ ਸ਼ਹਿਜ਼ਾਦਾ ਸਲੀਮ ਬਣਦਾ ਹੈ ਅਤੇ ਮਧੂਬਾਲਾ ਉਸ ਦੀ ਪ੍ਰੇਮਿਕਾ ਵਾਂਗ ਵਿਹਾਰ ਕਰਦੀ ਹੈ। ਇਹ ਸਾਰੇ ਅਦਾਕਾਰੀ ਕਰ ਰਹੇ ਸਨ। ਇੱਕ ਅਮੀਰ ਇਸਤਰੀ ਨੇ ਪਤੀ ਦੇ ਨਜਾਇਜ਼ ਸਬੰਧਾਂ ਕਾਰਨ ਸ਼ੱਕ ਦੇ ਆਧਾਰ ਤੇ ਸੁਪਾਰੀ ਦੇ ਕੇ ਪਤੀ ਨੂੰ ਮਰਵਾਉਣ ਲਈ 20 ਲੱਖ ਰੁਪਏ ਦਾ ਸੌਦਾ ਕੀਤਾ। 10 ਲੱਖ ਰੁਪਏ ਪੇਸ਼ਗੀ ਦੇ ਦਿੱਤੇ। 10 ਲੱਖ ਕਤਲ ਹੋਣ ਉਪਰੰਤ ਦੇਣ ਦਾ ਵਾਅਦਾ ਕੀਤਾ। ਮਾਰਨ ਵਾਲੇ ਨੇ ਸੋਚਿਆ 10 ਲੱਖ ਮਿਲ ਗਏ ਹਨ, ਜੇ ਬੰਦਾ ਮਾਰ ਦਿੱਤਾ ਤਾਂ ਉਸਦੇ ਪ੍ਰਸਿੱਧ ਹੋਣ ਕਰਕੇ ਫੜੇ ਜਾ ਸਕਦੇ ਹਾਂ। ਕਈ ਸਾਲ ਮੁਕੱਦਮਾ ਭੁਗਤਾਂਗੇ, ਪਰਿਵਾਰ ਰੁਲ ਜਾਣਗੇ, ਸਜ਼ਾ ਵੀ ਹੋ ਸਕਦੀ ਹੈ। ਉਹਨਾਂ ਨੇ 10 ਲੱਖ ਨਾਲ ਹੀ ਸਬਰ ਕਰਨ ਦਾ ਫੈਸਲਾ ਕੀਤਾ, ਕਿਉਂਕਿ ਉਹਨਾਂ ਦੀ ਲੋੜ 10 ਲੱਖ ਨਾਲ ਪੂਰੀ ਹੋਣ ਵਾਲੀ ਸੀ। ਜਦੋਂ ਮਾਰਨ ਵਿੱਚ ਕਈ ਕਾਰਨਾਂ ਕਰਕੇ ਦੇਰ ਹੋਣ ਲੱਗ ਪਈ ਤਾਂ ਇਸਤਰੀ ਨੂੰ ਵੀ ਸਮਝ ਆ ਗਈ ਕਿ ਉਸਦਾ ਨਾਮ ਮੁਕੱਦਮੇ ਨਾਲ ਜੁੜੇਗਾ। ਬਜ਼ੁਰਗ ਮਾਤਾ ਪਿਤਾ ਰੁਲ ਜਾਣਗੇ।
ਧੀਆਂ ਦੇ ਵਿਆਹ ਨਹੀਂ ਹੋਣਗੇ। ਉਸਨੇ ਸੋਚਿਆ 10 ਲੱਖ ਚਲੇ ਗਏ ਹਨ, ਕੋਈ ਗੱਲ ਨਹੀਂ, ਬਹੁਤ ਵੱਡੀ ਮੁਸੀਬਤ ਵਿੱਚ ਫਸਣ ਤੋਂ ਬਚ ਗਈ ਹਾਂ। ਜਿਹੜੇ 10 ਲੱਖ ਬਚ ਗਏ ਹਨ ਉਹਨਾਂ ਦਾ ਲਾਭ ਉਠਾ ਕੇ ਵਿਆਹ ਘਾਟਾ ਪੂਰਾ ਕਰ ਲਵਾਂਗੀ। ਇਵੇਂ ਮਰਵਾਉਣ ਵਾਲੀ ਇਸਤਰੀ ਨੇ ਵੀ ਸਬਰ ਕਰ ਲਿਆ। ਸੋਚਣ ਦਾ ਲਾਭ ਹੁੰਦਾ ਹੈ। ਦੋਹਾਂ ਧਿਰਾਂ ਨੇ ਸੋਚਿਆ ਤੇ ਮੁਸੀਬਤ ਵਿੱਚ ਪੈਣ ਤੋਂ ਬਚ ਗਏ। ਤੀਜੀ ਧਿਰ ਲਈ, ਪਤੀ ਲਈ ਜਿਹੜੀ ਮੁਸੀਬਤ ਉਪਜਣੀ ਸੀ ਉਹ ਉਸ ਤੋਂ ਬਚ ਗਿਆ ਸੀ। ਸ਼ੁਰੂ ਵਿੱਚ ਲੱਗਦਾ ਹੈ ਕਿ ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਮਗਰੋਂ ਜਦੋਂ ਨਵੀਨਤਾ ਮੁੱਕ ਜਾਂਦੀ ਹੈ ਤਾਂ ਪਿਆਰ ਕਰਨਾ ਇੱਕ ਆਦਤ ਬਣ ਜਾਂਦੀ ਹੈ। ਦੋਵੇਂ ਕਿਸੇ ਹੋਰ ਵਿੱਚ ਵੀ ਦਿਲਚਸਪੀ ਲੈਣ ਲੱਗ ਪੈਂਦੇ ਹਨ। ਕਈ ਵਾਰ ਦੋਵੇਂ ਆਪਣੇ ਆਪ ਨੂੰ ਵੀ ਪਿਆਰ ਕਰਨ ਲੱਗ ਪੈਂਦੇ ਹਨ ਅਤੇ ਦੋਹਾਂ ਨੂੰ ਲੱਗਣ ਲੱਗ ਪੈਂਦਾ ਹੈ ਕਿ ਮੈਂ ਵਿਸ਼ੇਸ਼ ਹਾਂ, ਉਹ ਸਧਾਰਨ ਹੈ। ਅਜਿਹੀ ਹਾਲਤ ਵਿੱਚ ਦੋਵੇਂ ਕਿਧਰੇ ਪਹੁੰਚਣ ਵਿੱਚ ਦੇਰ ਕਰਨ ਲੱਗ ਪੈਂਦੇ ਹਨ ਅਤੇ ਇੱਕ ਦੂਜੇ ਦੀ ਗੱਲ ਸੁਣਨ ਸਮਝਣ ਵਿੱਚ ਅਵੇਸਲੇ ਹੋ ਜਾਂਦੇ ਹਨ ਅਤੇ ਇੱਕ ਦੂਜੇ ਵਿੱਚ ਨੁਕਸ ਕੱਢਣ ਲੱਗ ਪੈਂਦੇ ਹਨ। ਦੋਵੇਂ ਬਹੁਤੀਆਂ ਗੱਲਾਂ ਮੈਂ ਵਾਲੀਆਂ ਕਰਦੇ ਹਨ। ਇਵੇਂ ਨਾ ਚਾਹੁੰਦਿਆਂ ਵੀ ਦੋਹਾਂ ਦੀ ਇੱਕ ਦੂਜੇ ਵਿੱਚ ਦਿਲਚਸਪੀ ਮੁੱਕ ਜਾਂਦੀ ਹੈ। ਬਹੁਤ ਮਿਲਦੇ ਰਹਿਣ ਅਤੇ ਹਰ ਰੋਜ਼ ਕਈ ਵਾਰ ਮੁਲਾਕਾਤ ਨਾਲ ਵਿਸ਼ੇਸ਼ ਚੀਜ਼ਾਂ ਵੀ ਆਪਣੀ ਖਿੱਚ ਗਵਾ ਲੈਂਦੀਆਂ ਹਨ। ਜਦੋਂ ਤੱਕ ਹੋਰ ਰੁਝੇਵੇਂ ਨਾ ਹੋਣ ਜਾਂ ਜ਼ਿੰਮੇਵਾਰੀ ਨਾ ਹੋਣ, ਕੇਵਲ ਪਿਆਰ ਵਿੱਚ ਲੰਮਾ ਅਰਸਾ ਦਿਲਚਸਪੀ ਬਣੀ ਰਹਿ ਨਹੀਂ ਸਕਦੀ। ਪਤੀ ਨੇ ਪਤਨੀ ਨੂੰ ਪੁੱਛਿਆ, ਯਾਤਰਾ ਤੇ ਜਾਣ ਲਈ ਤਿਆਰੀ ਕਰ ਲਈ ਹੈ? ਪਤਨੀ ਯਾਤਰਾ ਤੇ ਜਾਣਾ ਨਹੀਂ ਸੀ ਚਾਹੁੰਦੀ। ਉਸਨੇ ਕਿਹਾ, ਤਿਆਰੀ ਕਰਨ ਨੂੰ ਹੈ ਹੀ ਕੀ, ਮੇਰੇ ਸਾਰੇ ਕੱਪੜੇ ਤੇ ਚੀਜ਼ਾਂ ਇੱਕ ਛੋਟੇ ਜਿਹੇ ਸੂਟਕੇਸ ਵਿੱਚ ਆ ਜਾਣਗੀਆਂ। ਕੱਪੜੇ ਹੈ ਹੀ ਕਿਤਨੇ? ਮੈਂ ਇਹ ਨਹੀਂ ਪੁੱਛਿਆ ਕੱਪੜੇ ਵੱਧ ਹਨ ਜਾਂ ਘੱਟ, ਮੈਂ ਪੁੱਛਿਆ ਹੈ ਤਿਆਰੀ ਕਰ ਲਈ ਹੈ? ਜਾਣਾ ਤਾਂ ਕੱਲ੍ਹ ਹੈ, ਮੇਰੇ ਵੱਲੋਂ ਭਾਵੇਂ ਹੁਣੇ ਚੱਲੋ। ਤੁਸੀਂ ਤਾਂ ਘੋੜੇ ਵਾਂਗ ਭੱਜੇ ਫਿਰਦੇ ਹੋ। ਹੁਣ ਤੁਸੀਂ ਜਵਾਨ ਨਹੀਂ ਰਹੇ। ਹੁਣ ਤੁਹਾਡੇ ਜਵਾਨਾਂ ਵਾਲੀ ਕੋਈ ਗੱਲ ਨਹੀਂ। 3 ਬੱਚਿਆਂ ਦੇ ਬਾਪ ਹੋ ਹੁਣ ਤੁਸੀਂ। ਜਵਾਨ ਹੋਣ ਜਾਂ ਨਾ ਹੋਣ ਦੀ ਗੱਲ ਕਿੱਥੋਂ ਆ ਗਈ? ਪਰਸੋਂ ਤੁਸੀਂ 50 ਸਾਲ ਦੇ ਹੋ ਗਏ ਸੀ। ਸਵੇਰੇ ਜਾਣਾ ਹੈ, ਜਲਦੀ ਸੋ ਜਾਣਾ, ਨਹੀਂ ਤਾਂ ਕਹੋਗੇ ਲੱਤਾਂ ਦੁਖ ਰਹੀਆਂ ਹਨ। ਮੈਂ ਸੌਣ ਬਾਰੇ ਸੋਚ ਰਿਹਾ ਸੀ, ਪਰ ਤੇਰੀਆਂ ਗੱਲਾਂ ਨੇ ਨੀਂਦਰ ਹੀ ਉਡਾ ਦਿੱਤੀ ਹੈ। ਤੇਰੇ ਵਰਗੀ ਲੜਾਕੀ ਪਤਨੀ ਹੋਵੇ ਤਾਂ ਨੀਂਦਰ ਕਿਵੇਂ ਆਵੇਗੀ? ਲਓ, ਤੁਸੀਂ ਤਾਂ ਯਾਤਰਾ ਸ਼ੁਰੂ ਵੀ ਕਰ ਦਿੱਤੀ ਹੈ। ਭਾਰਤ ਵਿੱਚ ਵਿਕਰਮਾਦਿੱਤ ਦੇ ਇਨਸਾਫ ਦੀਆਂ ਅਨੇਕਾਂ ਕਹਾਣੀਆਂ ਪ੍ਰਸਿੱਧ ਹਨ। ਇੱਕ ਪਿੰਡ ਦੇ ਆਜੜੀਆਂ ਵਿੱਚ ਆਪਸ ਵਿੱਚ ਖੇਡਦਿਆਂ ਜੇ ਕੋਈ ਝਗੜਾ ਹੋ ਜਾਂਦਾ ਸੀ ਤਾਂ ਉਹਨਾਂ ਵਿੱਚੋਂ ਇੱਕ ਥੇਹ ਤੇ ਬਹਿ ਕੇ ਇਨਸਾਫ ਕਰਦਾ ਸੀ। ਇਸ ਥੇਹ ਤੇ ਬਹਿ ਕੇ ਕੀਤੇ ਨਿਆਂ ਦੀਆਂ ਗੱਲਾਂ ਦੂਰ ਦੂਰ ਤੱਕ ਫੈਲੀਆਂ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਝਗੜਿਆਂ ਦੇ ਨਿਪਟਾਰੇ ਲਈ ਉਸ ਵਿਕਰਮਾਦਿੱਤ ਤੇ ਬਣੇ ਆਜੜੀ ਕੋਲ ਆਉਣ ਲੱਗ ਪਏ। ਰਾਜੇ ਨੂੰ ਵੀ ਪਤਾ ਲੱਗਾ। ਉਸਨੇ ਕਿਹਾ, ਇਸ ਥੇਹ ਦੇ ਥੱਲੇ ਜ਼ਰੂਰ ਵਿਕਰਮਾਦਿੱਤ ਦਾ ਤਖਤ ਹੋਵੇਗਾ। ਖੁਦਵਾਈ ਕੀਤੀ, ਥੱਲੋਂ ਤਖਤ ਲੱਭਿਆ, ਜਿਸ ਦੀਆਂ 24 ਮੂਰਤੀਆਂ ਵਾਲੀਆਂ ਥੰਮੀਆਂ ਸਨ। ਰਾਜਾ ਬੈਠ ਕੇ ਜਦੋਂ ਇਨਸਾਫ ਕਰਨ ਲੱਗਾ ਤਾਂ ਇੱਕ ਮੂਰਤੀ ਨੇ ਪੁੱਛਿਆ, ਕੀ ਤੁਸੀਂ ਕਿਸੇ ਦੀ ਜਾਇਦਾਦ ਦਾ ਲਾਲਚ ਕੀਤਾ ਹੈ? ਰਾਜੇ ਦਾ ਉੱਤਰ ਹਾਂ ਵਿੱਚ ਸੀ। ਮੂਰਤੀ ਨੇ ਕਿਹਾ, 3 ਦਿਨ ਦਾ ਵਰਤ ਰੱਖੋ, ਮਨ ਸ਼ੁੱਧ ਕਰੋ। 3 ਦਿਨ ਮਗਰੋਂ ਇੱਕ ਹੋਰ ਮੂਰਤੀ ਨੇ ਪੁੱਛਿਆ, ਕਿਸੇ ਦੇ ਰਾਜ ਨੂੰ ਧੋਖੇ ਨਾਲ ਆਪਣੇ ਰਾਜ ਵਿੱਚ ਮਿਲਾਉਣ ਬਾਰੇ ਕਦੇ ਤੁਸੀਂ ਸੋਚਿਆ? ਰਾਜੇ ਨੇ ਕਿਹਾ, ਹਾਂ। ਇਵੇਂ ਹਰ ਮੂਰਤੀ ਕੋਈ ਨਾ ਕੋਈ ਪ੍ਰਸ਼ਨ ਪੁੱਛਦੀ ਸੀ। ਅੰਤਲੇ ਦਿਨ, ਅਖੀਰਲੇ ਦਿਨ ਮੂਰਤੀਆਂ ਨੇ ਸਰਬਸੰਮਤੀ ਨਾਲ ਕਿਹਾ, ਹੇ ਰਾਜਾ, ਤੁਸੀਂ ਇਸ ਤਖਤ ਤੇ ਬੈਠਣ ਦੇ ਯੋਗ ਨਹੀਂ ਹੋ, ਅਤੇ ਉਹ ਤਖਤ ਲੈ ਕੇ ਉੱਡ ਗਈਆਂ। ਵਿਕਰਮਾਦਿੱਤ ਦਾ ਇਨਸਾਫ ਐਵੇਂ ਪ੍ਰਸਿੱਧ ਨਹੀਂ ਸੀ ਹੋਇਆ। ਦੋਸਤੋਵਸਕੀ 1 ਸਾਲ ਤੋਂ ਇੱਕ ਨਾਵਲ ਦੀ ਡੈਵਿਲਜ਼ ਲਿਖ ਰਿਹਾ ਸੀ। ਇਸ ਨੂੰ ਲਿਖਣ ਦੌਰਾਨ ਉਸ ਨੂੰ ਕਈ ਵਾਰ ਮਿਰਗੀ ਦਾ ਦੌਰਾ ਪਿਆ। ਨਾਵਲ ਰੁਕਿਆ ਹੋਇਆ ਸੀ। ਨਾਵਲ ਬਾਰੇ ਸੋਚ ਕੇ ਹੀ ਉਸ ਨੂੰ ਦੌਰਾ ਪੈ ਜਾਂਦਾ ਸੀ। ਇੱਕ ਵਾਰੀ ਜਦੋਂ ਲਗਾਤਾਰ ਦੌਰੇ ਪਏ ਤਾਂ ਉਹ ਨਿਢਾਲ ਹੋ ਗਿਆ। ਇਸ ਦੌਰਾਨ ਉਸ ਨੂੰ ਨਵੀਂ ਸੋਝੀ ਹੋਈ, ਜਿਸ ਨਾਲ ਇੱਕ ਨਵੇਂ ਨਾਵਲ ਦਾ ਆਰੰਭ ਹੋਇਆ ਅਤੇ ਉਸ ਨੇ ਲੰਘ ਗਏ 1 ਸਾਲ ਦੌਰਾਨ ਜੋ ਲਿਖਿਆ ਸੀ ਸਭ ਪਾੜ ਦਿੱਤਾ। ਨਵੇਂ ਨਾਵਲ ਨੂੰ ਲਿਖਣਾ ਆਰੰਭ ਕਰਨ ਨਾਲ ਨਾਵਲ ਦਾ ਕੇਂਦਰ ਬਦਲ ਗਿਆ ਸੀ, ਜਿਸ ਨਾਲ ਦੋਸਤੋਵਸਕੀ ਦਾ ਆਪਣਾ ਕੇਂਦਰ ਵੀ ਬਦਲ ਗਿਆ। ਉਸ ਨੂੰ ਮਹਿਸੂਸ ਹੋਇਆ ਕਿ ਉਸ ਨੂੰ ਦੌਰੇ ਗਲਤ ਨਾਵਲ ਛੋਹ ਲੈਣ ਨਾਲ ਪੈ ਰਹੇ ਸਨ। ਜਦੋਂ ਨਵਾਂ ਨਾਵਲ ਲਿਖਣਾ ਆਰੰਭ ਕੀਤਾ ਤਾਂ ਸਿਹਤ ਠੀਕ ਹੋ ਗਈ, ਦੌਰੇ ਬੰਦ ਹੋ ਗਏ। ਕੇਵਲ 8 ਮਹੀਨਿਆਂ ਵਿੱਚ ਹੀ ਨਵਾਂ ਨਾਵਲ ਮੁਕੰਮਲ ਹੋ ਗਿਆ।
ਅਮਰੀਕਾ ਵਿੱਚ ਮੋਟੇ ਬੰਦੇ ਨੂੰ ਰਾਸ਼ਟਰਪਤੀ ਨਹੀਂ ਚੁਣਿਆ ਜਾਂਦਾ। ਜਿਹੜਾ ਆਪਣਾ ਪੇਟ ਕਾਬੂ ਨਹੀਂ ਕਰ ਸਕਦਾ, ਉਹ ਅਮਰੀਕਾ ਨੂੰ ਕਿਵੇਂ ਕੰਟਰੋਲ ਕਰੇਗਾ। ਉੱਥੇ ਕਿਸੇ ਮਧਰੇ ਬੰਦੇ ਨੂੰ ਵੀ ਰਾਸ਼ਟਰਪਤੀ ਨਹੀਂ ਚੁਣਿਆ ਜਾਂਦਾ, ਕਿਉਂਕਿ ਅਮਰੀਕਾ ਦਾ ਰਾਸ਼ਟਰਪਤੀ ਹੋਰਾਂ ਅੱਗੇ ਨੀਵਾਂ ਨਹੀਂ ਹੋਣਾ ਚਾਹੀਦਾ। ਉਹ ਝੁਕਣਾ ਨਹੀਂ ਚਾਹੀਦਾ, ਉਸ ਅੱਗੇ ਹੋਰ ਝੁਕਣੇ ਚਾਹੀਦੇ ਹਨ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ, ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।